ओम शांति। ਅੱਜ ਬਾਬਾ ਦੇ 18/2/2021 ਦੇ ਮਹਾਵਚਨ ਬਾਬਾ ਨੇ ਆਪਣੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਸੁੱਖ ਦੇਣ ਵਾਲੇ ਇੱਕ ਬਾਪ ਨੂੰ ਯਾਦ ਕਰੋ। ਇਸ ਥੋੜ੍ਹੇ ਸਮੇਂ ਵਿੱਚ ਯੋਗ ਬਲ ਜਮ੍ਹਾਂ ਕਰੋ ਤਾਂ ਅੰਤ ਵਿੱਚ ਬਹੁਤ ਕੰਮ ਆਵੇਗਾ। ਪ੍ਰਸ਼ਨ ਹੈ, ਬੇਹੱਦ ਦੇ ਵੈਰਾਗੀ ਬੱਚੇ, ਤੁਹਾਨੂੰ ਕਿਹੜੀ ਸਮਰਿੱਧੀ ਸਦਾ ਰਹਿਣੀ ਚਾਹੀਦੀ ਹੈ? ਉੱਤਰ ਹੈ, ਇਹ ਸਾਡਾ ਛੀਛੀ ਚੋਲਾ ਹੈ। ਛੀਛੀ ਚੋਲਾ ਮਾਨਾ, ਚੋਲਾ ਮੀਨਸ ਇਹ ਸਰੀਰ। ਬਾਬਾ ਕਹਿੰਦੇ ਛੀਛੀ ਮਾਨਾ ਜਿਵੇਂ ਆਪਾਂ ਨੂੰ ਵੈਰਾਗ ਆ ਜਾਂਦਾ ਹੈ ਨਾ, ਕਿ ਛੀਛੀ ਚੋਲਾ ਹੈ, ਇਸ ਨੂੰ ਛੱਡ ਕੇ ਵਾਪਸ ਘਰ ਜਾਣਾ ਹੈ। ਇਹ ਸਮਰਿੱਧੀ ਸਦਾ ਰਹੇ, ਬਾਪ ਅਤੇ ਵਰਸਾ ਯਾਦ ਰਹੇ, ਦੂਸਰਾ ਕੁਝ ਵੀ ਯਾਦ ਨਾ ਆਵੇ। ਇਹ ਹੈ ਬੇਹੱਦ ਦਾ ਵੈਰਾਗ। ਕਰਮ ਕਰਦੇ ਯਾਦ ਵਿੱਚ ਰਹਿਣ ਦਾ ਇਸ ਤਰ੍ਹਾਂ ਦਾ ਪੁਰਸ਼ਾਰਥ ਕਰਨਾ ਹੈ ਜੋ ਪਾਪਾਂ ਦਾ ਬੋਝਾ ਉਤਰ ਜਾਵੇ, ਸਿਰ ਤੋਂ ਉਤਰ ਜਾਵੇ, ਆਤਮਾ ਸਤੋ ਪ੍ਰਧਾਨ ਬਣ ਜਾਵੇ, ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਆਤਮਾ ਬਣ ਜਾਵੇ। ਓਮ ਸ਼ਾਂਤੀ। ਬਾਪ ਬੱਚਿਆਂ ਨੂੰ ਰੋਜ਼ ਬਹੁਤ ਸਹਿਜ ਗੱਲਾਂ ਸਮਝਾਉਂਦੇ ਹਨ। ਇਹ ਹੈ ਈਸ਼ਵਰੀਏ ਪਾਠਸ਼ਾਲਾ। ਬਰੋਬਰ ਗੀਤਾ ਵਿੱਚ ਵੀ ਕਹਿੰਦੇ ਹਨ, ਭਗਵਾਨੁਵਾਚ, ਭਗਵਾਨ ਬਾਪ ਸਭ ਦਾ ਇੱਕ ਹੈ। ਸਭ ਭਗਵਾਨ ਨਹੀਂ ਹੋ ਸਕਦੇ। ਹਾਂ, ਸਭ ਬੱਚੇ ਹੋ ਸਕਦੇ ਹਨ ਇੱਕ ਬਾਪ ਦੇ। ਇਹ ਜ਼ਰੂਰ ਬੁੱਧੀ ਵਿੱਚ ਆਉਣਾ ਚਾਹੀਦਾ ਹੈ ਕਿ ਬਾਪ ਸਵਰਗ ਨਵੀਂ ਦੁਨੀਆ ਦੀ ਸਥਾਪਨਾ ਕਰਨ ਵਾਲਾ ਹੈ। ਉਸ ਬਾਪ ਤੋਂ ਸਾਨੂੰ ਸਵਰਗ ਦਾ ਵਰਸਾ ਜ਼ਰੂਰ ਮਿਲਿਆ ਹੋਵੇਗਾ। ਭਾਰਤ ਵਿੱਚ ਹੀ ਸ਼ਿਵ ਜਯੰਤੀ ਗਾਈ ਜਾਂਦੀ ਹੈ, ਪਰੰਤੂ ਸ਼ਿਵ ਜਯੰਤੀ ਕਿਵੇਂ ਹੁੰਦੀ ਹੈ ਇਹ ਤਾਂ ਬਾਪ ਹੀ ਆ ਕੇ ਸਮਝਾਉਂਦੇ ਹਨ। ਬਾਪ ਆਉਂਦੇ ਹਨ ਕਲਪ ਤੇ ਸੰਗਮ ਯੁੱਗ ਤੇ, ਬੱਚਿਆਂ ਨੂੰ ਫੇਰ ਤੋਂ ਪਤਿਤ ਤੋਂ ਪਾਵਨ ਬਣਾਉਣ ਅਰਥਾਤ ਵਰਸਾ ਦੇਣ ਦੇ ਲਈ। ਇਸ ਸਮੇਂ ਸਾਰਿਆਂ ਨੂੰ ਰਾਵਣ ਦਾ ਸ਼ਰਾਪ ਹੈ, ਇਸ ਲਈ ਸਾਰੇ ਦੁਖੀ ਹਨ। ਸ਼ਰਾਪ ਮਿਲਣਾ ਮੀਨਸ ਦੁਖੀ ਹੋਣਾ, ਵਿਕਾਰਾਂ ਵਿੱਚ ਜਾਣਾ। ਹੁਣ ਕਲਯੁਗੀ ਪੁਰਾਣੀ ਦੁਨੀਆ ਹੈ। ਇਹ ਹਮੇਸ਼ਾ ਯਾਦ ਰੱਖੋ ਕਿ ਅਸੀਂ ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣ ਹਾਂ। ਜੋ ਵੀ ਆਪਣੇ ਨੂੰ ਬ੍ਰਹਮਾ ਕੁਮਾਰ ਕੁਮਾਰੀ ਸਮਝਦੇ ਹਨ, ਉਹਨਾਂ ਨੂੰ ਜ਼ਰੂਰ ਇਹ ਸਮਝਣਾ ਚਾਹੀਦਾ ਹੈ ਕਿ ਕਲਪ ਕਲਪ ਦਾਦੇ ਤੋਂ ਬ੍ਰਹਮਾ ਦੁਆਰਾ ਵਰਸਾ ਲੈ ਰਹੇ ਹਾਂ। ਇੰਨੇ ਢੇਰ ਬੱਚੇ ਹਨ, ਹੋਰ ਕੋਈ ਤਾਂ ਹੋ ਨਹੀਂ ਸਕਦੇ। ਉਹਨਾਂ ਸਭ ਦਾ ਇੱਕ ਹੀ ਬਾਪ ਹੈ। ਬ੍ਰਹਮਾ ਵੀ ਬੱਚਾ ਹੈ। ਸਭ ਬੱਚਿਆਂ ਨੂੰ ਵਰਸਾ ਦਾਦੇ ਤੋਂ ਮਿਲਦਾ ਹੈ। ਉਹਨਾਂ ਦਾ ਵਰਸਾ ਹੈ ਸਤਯੁਗ ਦੀ ਰਾਜਧਾਨੀ। ਇਹ ਬੇਹੱਦ ਦਾ ਬਾਪ ਜਦੋਂ ਸਵਰਗ ਦਾ ਰਚయిਤਾ ਹੈ ਤਾਂ ਜ਼ਰੂਰ ਸਾਨੂੰ ਸਵਰਗ ਦੀ ਰਾਜਾ ਹੀ ਹੋਣੀ ਚਾਹੀਦੀ ਹੈ, ਪਰੰਤੂ ਇਹ ਭੁੱਲ ਗਏ ਹਨ। ਸਾਨੂੰ ਸਵਰਗ ਦੀ ਬਾਦਸ਼ਾਹੀ ਸੀ, ਪਰੰਤੂ ਨਿਰਾਕਾਰ ਬਾਪ ਕਿਵੇਂ ਦਿੰਦੇ ਹਨ? ਜ਼ਰੂਰ ਬ੍ਰਹਮਾ ਦੁਆਰਾ ਹੀ ਦੇਣਗੇ। ਭਾਰਤ ਵਿੱਚ ਇਹਨਾਂ ਦਾ ਰਾਜ ਸੀ। ਹੁਣ ਕਲਪ ਦਾ ਸੰਗਮ ਹੈ। ਸੰਗਮ ਤੇ ਬ੍ਰਹਮਾ ਹੈ, ਤਾਂ ਹੀ ਤਾਂ ਬੀਕੇ ਕਹਿਲਾਉਂਦੇ ਹੋ ਨਾ, ਬ੍ਰਹਮਾ ਕੁਮਾਰ ਕੁਮਾਰੀਆਂ। ਅੰਧ ਸ਼ਰਧਾ ਦੀ ਤਾਂ ਕੋਈ ਗੱਲ ਹੀ ਨਹੀਂ ਹੋ ਸਕਦੀ। ਅਡਾਪਸ਼ਨ ਹੈ। ਅਸੀਂ ਬ੍ਰਹਮਾ ਕੁਮਾਰ ਕੁਮਾਰੀਆਂ ਹਾਂ। ਬ੍ਰਹਮਾ ਬਾਬਾ ਸ਼ਿਵ ਬਾਬਾ ਦਾ ਬੱਚਾ ਹੈ। ਸਾਨੂੰ ਸ਼ਿਵ ਬਾਬਾ ਤੋਂ ਫਿਰ ਤੋਂ ਸਵਰਗ ਦੀ ਬਾਦਸ਼ਾਹੀ ਮਿਲ ਰਹੀ ਹੈ। ਪਹਿਲਾਂ ਵੀ ਮਿਲੀ ਸੀ। ਪਹਿਲਾਂ ਕਦੋਂ? 5000 ਸਾਲ ਪਹਿਲਾਂ ਵੀ ਮਿਲੀ ਸੀ। ਅਸੀਂ ਦੇਵੀ ਦੇਵਤਾ ਧਰਮ ਦੇ ਸੀ। ਅੰਤ ਤੱਕ ਵਰਿੱਧੀ ਹੁੰਦੀ ਜਾਂਦੀ ਹੈ ਜਿਵੇਂ ਕ੍ਰਾਈਸਟ ਆਇਆ। ਕ੍ਰਿਸਚਨ ਧਰਮ ਹੁਣ ਤੱਕ ਹੈ, ਵਰਿੱਧੀ ਹੁੰਦੀ ਰਹਿੰਦੀ ਹੈ ਨਾ। ਉਹ ਜਾਣਦੇ ਹਨ ਕਿ ਕ੍ਰਾਈਸਟ ਦੁਆਰਾ ਅਸੀਂ ਕ੍ਰਿਸਚਨ ਬਣੇ। ਅੱਜ ਤੋਂ 2000 ਸਾਲ ਪਹਿਲਾਂ ਕ੍ਰਾਈਸਟ ਆਇਆ ਸੀ। ਹੁਣ ਵਰਿੱਧੀ ਹੋ ਰਹੀ ਹੈ। ਪਹਿਲਾਂ ਸਤੋ ਪ੍ਰਧਾਨ, ਫਿਰ ਰਜੋ ਤਮੋ ਵਿੱਚ ਆਉਣਾ ਹੈ। ਤੁਸੀਂ
ਸਤਯੁਗ ਵਿੱਚ ਸਤੋ ਪ੍ਰਧਾਨ ਸੀ, ਫਿਰ ਰਜੋ ਤਮੋ ਵਿੱਚ ਆਏ ਹੋ। ਤਮੋ ਪ੍ਰਧਾਨ ਸ੍ਰਿਸ਼ਟੀ ਤੋਂ ਫਿਰ ਸਤੋ ਪ੍ਰਧਾਨ ਜ਼ਰੂਰ ਹੁੰਦੀ ਹੈ। ਨਵੀਂ ਦੁਨੀਆ ਵਿੱਚ ਆਦਿ ਸਨਾਤਨ ਦੇਵੀ ਦੇਵਤਾ ਧਰਮ ਸੀ। ਮੁੱਖ 4 ਧਰਮ ਹਨ। ਤੁਹਾਡਾ ਧਰਮ ਅੱਧਾ ਕਲਪ ਚੱਲਦਾ ਹੈ। ਇੱਥੇ ਵੀ ਤੁਸੀਂ ਉਸ ਧਰਮ ਦੇ ਹੋ, ਪਰੰਤੂ ਵਿਕਾਰੀ ਹੋਣ ਦੇ ਕਾਰਨ ਤੁਸੀਂ ਆਪਣੇ ਨੂੰ ਦੇਵੀ ਦੇਵਤਾ ਨਹੀਂ ਕਹਿਲਾਉਂਦੇ ਹੋ। ਤੁਸੀਂ ਸੀ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੇ, ਪਰੰਤੂ ਵਾਮ ਮਾਰਗ ਦੇ ਵਿੱਚ ਜਾਣ ਦੇ ਕਾਰਨ ਤੁਸੀਂ ਪਤਿਤ ਬਣੇ ਹੋ, ਇਸ ਲਈ ਆਪਣੇ ਆਪ ਨੂੰ ਹਿੰਦੂ ਕਹਿਲਾਉਂਦੇ ਹੋ। ਹੁਣ ਤੁਸੀਂ ਬ੍ਰਾਹਮਣ ਬਣੇ ਹੋ। ਉੱਚੇ ਤੇ ਉੱਚਾ ਹੈ ਸ਼ਿਵ ਬਾਬਾ। ਫਿਰ ਤੁਸੀਂ ਬ੍ਰਾਹਮਣ ਵੀ ਉੱਚੇ ਤੇ ਉੱਚਾ ਵਰਨ ਹੈ ਨਾ, ਬ੍ਰਹਮਾ ਦੇ ਬੱਚੇ ਬਣੇ ਹੋ। ਬਾਬਾ ਆ ਕੇ ਗਿਆਨ ਸਮਝਾਉਂਦੇ ਹਨ, ਜਿਸ ਨਾਲ ਤੁਸੀਂ ਸਵਰਗ ਦੇ ਮਾਲਿਕ ਬਣਦੇ ਹੋ। ਸਤਯੁਗ ਤ੍ਰੇਤਾ ਵਿੱਚ ਭਗਤੀ ਸ਼ਾਸਤਰ ਆਦਿ ਕੁਝ ਵੀ ਨਹੀਂ ਹੁੰਦੇ। ਤੁਸੀਂ ਬਾਪ ਤੋਂ ਵਰਸਾ ਲੈਂਦੇ ਹੋ ਬੇਹੱਦ ਸੁੱਖ ਦਾ। ਇਸ ਤਰ੍ਹਾਂ ਨਹੀਂ ਕਿ ਉੱਥੇ ਤੁਹਾਨੂੰ ਗੰਗਾ ਇਸ਼ਨਾਨ ਕਰਨਾ ਹੈ ਜਾਂ ਕੋਈ ਯਾਤਰਾ ਕਰਨੀ ਹੈ। ਤੁਹਾਡੀ ਹੈ ਰੂਹਾਨੀ ਯਾਤਰਾ, ਜੋ ਕੋਈ ਵੀ ਦੂਸਰਾ ਮਨੁੱਖ ਨਹੀਂ ਸਿਖਾ ਸਕਦਾ। ਬਾਬਾ ਹੈ ਸਾਰੀਆਂ ਆਤਮਾਵਾਂ ਦਾ ਬਾਪ। ਜਿਸਮਾਨੀ ਬਾਪ ਤਾਂ ਅਨੇਕ ਹੁੰਦੇ ਹਨ, ਰੂਹਾਨੀ ਬਾਪ ਇੱਕ ਹੈ। ਇਹ ਪੱਕਾ ਯਾਦ ਕਰ ਲਵੋ। ਬਾਬਾ ਵੀ ਪੁੱਛਦੇ ਹਨ, ਤੁਹਾਡੇ ਕਿੰਨੇ ਬਾਪ ਹਨ? ਤਾਂ ਬੱਚੇ ਮੂੰਝ ਜਾਂਦੇ ਹਨ ਕਿ ਇਹ ਕੀ ਪੁੱਛਦੇ ਹਨ। ਬਾਪ ਤਾਂ ਸਾਰਿਆਂ ਦਾ ਇੱਕ ਹੀ ਹੁੰਦਾ ਹੈ, 2-3 ਬਾਪ ਕਿਵੇਂ ਹੋਣਗੇ? ਬਾਬਾ ਸਮਝਾਉਂਦੇ ਹਨ, ਉਸ ਪਰਮਾਤਮਾ ਬਾਪ ਨੂੰ ਯਾਦ ਕਰਦੇ ਹੋ ਦੁੱਖ ਵਿੱਚ ਹਮੇਸ਼ਾ ਕਹਿੰਦੇ ਹੀ ਹੋ, ਪਰਮ ਪਿਤਾ ਪਰਮਾਤਮਾ ਸਾਨੂੰ ਦੁੱਖਾਂ ਤੋਂ ਛੁਡਾਓ। ਤਾਂ 2 ਬਾਪ ਹੋਏ ਨਾ, ਇੱਕ ਜਿਸਮਾਨੀ ਬਾਪ ਅਤੇ ਦੂਸਰਾ ਰੂਹਾਨੀ ਬਾਪ, ਜਿਸ ਦੀ ਮਹਿਮਾ ਗਾਉਂਦੇ ਹੋ। ਤੁਮ ਮਾਤ ਪਿਤਾ ਹਮ ਬਾਲਕ ਤੇਰੇ, ਤੁਮਹਾਰੀ ਕਿਰਪਾ ਸੇ ਸੁਖ ਘਨੇਰੇ। ਲੌਕਿਕ ਮਾਂ ਬਾਪ ਨਾਲ ਸੁਖ ਘਨੇਰੇ ਤਾਂ ਨਹੀਂ ਮਿਲਦੇ ਨਾ। ਜਦੋਂ ਦੁੱਖ ਹੁੰਦਾ ਹੈ ਤਾਂ ਉਸ ਬਾਪ ਦਾ ਸਿਮਰਨ ਕਰਦੇ ਹੋ। ਭਗਤੀ ਮਾਰਗ ਵਿੱਚ ਤੁਸੀਂ ਗਾਉਂਦੇ ਹੋ, ਬਾਬਾ ਤੁਸੀਂ ਆਓਗੇ ਤਾਂ ਅਸੀਂ ਤੁਹਾਡੇ ਸਿਵਾਏ ਹੋਰ ਕਿਸੇ ਦੀ ਵੀ ਨਹੀਂ ਸੁਣਾਂਗੇ। ਕਿੰਨੇ ਵਾਅਦੇ ਭਗਤੀ ਮਾਰਗ ਵਿੱਚ ਕੀਤੇ, ਅਤੇ ਹੋਰ ਤਾਂ ਸਾਰੇ ਦੁੱਖ ਦਿੰਦੇ ਹਨ, ਤੁਸੀਂ ਤਾਂ ਸੁਖ ਦੇਣ ਵਾਲੇ ਹੋ। ਤਾਂ ਬਾਬਾ ਆ ਕੇ ਯਾਦ ਦਿਲਾਉਂਦੇ ਹਨ ਕਿ ਤੁਸੀਂ ਕੀ ਕਹਿੰਦੇ ਸੀ। ਤੁਸੀਂ ਜਾਣਦੇ ਹੋ, ਤੁਸੀਂ ਹੀ ਬ੍ਰਹਮਾ ਕੁਮਾਰ ਕੁਮਾਰੀ ਕਹਿਲਾਉਂਦੇ ਹੋ। ਮਨੁੱਖ ਦੀ ਇਸ ਤਰ੍ਹਾਂ ਦੀ ਪੱਥਰ ਬੁੱਧੀ ਹੈ, ਜੋ ਇਹ ਵੀ ਸਮਝਦੇ ਨਹੀਂ ਕਿ ਇਹ ਬੀਕੇ ਕੀ ਹਨ। ਮੰਮਾ ਬਾਬਾ ਕੌਣ ਹਨ? ਇਹ ਕੋਈ ਸਾਧੂ ਸੰਤ ਨਹੀਂ ਹੈ। ਸਾਧੂ ਸੰਤ ਨੂੰ ਗੁਰੂ ਕਹਾਂਗੇ, ਮਾਤ ਪਿਤਾ ਨਹੀਂ ਕਹਾਂਗੇ। ਇਹ ਤਾਂ ਬਾਪ ਆ ਕੇ ਦੇਵੀ ਧਰਮ ਦਾ ਰਾਜ ਸਥਾਪਨ ਕਰਦੇ ਹਨ। ਜਿੱਥੇ ਲਕਸ਼ਮੀ ਨਾਰਾਇਣ ਰਾਜਾ ਰਾਣੀ ਰਾਜੇ ਕਰਦੇ ਸੀ, ਪਹਿਲਾਂ ਪਵਿੱਤਰ ਸੀ ਫਿਰ ਅਪਵਿੱਤਰ ਬਣਦੇ ਹਨ। ਜੋ ਪੂਜੇ ਸੀ ਫਿਰ ਉਹ 84 ਜਨਮ ਲੈਂਦੇ ਹਨ। ਪਹਿਲਾਂ ਬੇਹੱਦ ਦੇ ਬਾਪ ਦਾ 21 ਜਨਮਾਂ ਦਾ ਸੁੱਖ ਮਿਲਦਾ ਹੈ। ਬਾਬਾ ਕਹਿੰਦੇ ਬੇਹੱਦ ਦਾ ਬਾਪ ਸ਼ਿਵ ਬਾਬਾ, ਉਸ ਤੋਂ 21 ਜਨਮਾਂ ਦਾ ਸੁੱਖ ਮਿਲਦਾ ਹੈ। ਕੁਮਾਰੀ ਦੇ ਲਈ ਵੀ ਗਾਇਨ ਹੈ ਨਾ, ਕੁਮਾਰੀ ਉਹ ਜੋ 21 ਕੁੱਲ ਦਾ ਉਧਾਰ ਕਰੇ। ਇਹ ਤੁਹਾਡਾ ਗਾਇਨ ਹੈ। ਤੁਸੀਂ ਕੁਮਾਰੀਆਂ ਹੋ, ਗ੍ਰਸਤੀ ਨਹੀਂ ਹੋ। ਬੇਸ਼ੱਕ ਵੱਡੇ ਹਨ, ਪਰੰਤੂ ਮਰਜੀਵਾ ਬਣ ਸਭ ਬਾਪ ਦੇ ਬੱਚੇ ਬੱਚੀਆਂ ਹੋ। ਪ੍ਰਜਾਪਿਤਾ ਬ੍ਰਹਮਾ ਦੇ ਸੱਚੇ ਬੱਚੇ ਢੇਰ ਬੱਚੇ ਹਨ ਅਤੇ ਵਰਿੱਧੀ ਨੂੰ ਪਾਉਂਦੇ ਰਹਿੰਦੇ ਹਨ। ਫਿਰ ਇਹ ਸਭ ਦੇਵਤਾ ਬਣਨਗੇ। ਇਹ ਸ਼ਿਵ ਬਾਬਾ ਦਾ ਯੱਗ ਹੈ। ਇਸ ਨੂੰ ਰਾਜਸਵ ਯੱਗ, ਸਵਰਾਜ ਪਾਉਣ ਦਾ ਯੱਗ ਕਿਹਾ ਜਾਂਦਾ ਹੈ। ਆਤਮਾਵਾਂ ਨੂੰ ਬਾਪ ਤੋਂ ਸਵਰਗ ਦਾ ਵਰਸਾ ਮਿਲਦਾ ਹੈ। ਇਸ ਰਾਜਸਵ ਅਸ਼ਮੇਧ ਗਿਆਨ ਯੱਗ ਵਿੱਚ ਕੀ ਕਰਨਾ ਹੈ? ਸਰੀਰ ਸਹਿਤ ਜੋ ਕੁਝ ਵੀ ਹੈ ਉਹ ਬਲਿਹਾਰ ਕਰਨਾ ਹੈ। ਮਨਾ ਇੰਨੀ ਸੇਵਾ ਕਰਨੀ ਹੈ ਸਰੀਰ ਨਾਲ ਵੀ,
ਤਨ ਨੂੰ ਵੀ ਬਾਬਾ ਦੀ ਸੇਵਾ ਵਿੱਚ ਲਗਾ ਦੇਣਾ ਹੈ, ਸਭ ਬਲਿਹਾਰ ਕਰਨਾ ਹੈ ਅਥਵਾ ਸਵਾਹਾ ਕਰਨਾ ਹੈ। ਇਸ ਯੱਗ ਵਿੱਚ ਤਾਂ ਤੁਸੀਂ ਫਿਰ ਰਾਜ੍य ਪਾਓਗੇ। ਬਾਪ ਯਾਦ ਕਰਾਉਂਦੇ ਹਨ ਕਿ ਭਗਤੀ ਮਾਰਗ ਵਿੱਚ ਤੁਸੀਂ ਗਾਉਂਦੇ ਸੀ ਨਾ, ਬਹੇ ਬਾਬਾ ਜਦੋਂ ਤੁਸੀਂ ਆਓਗੇ ਤਾਂ ਅਸੀਂ ਬਲਿਹਾਰ ਜਾਵਾਂਗੇ, ਬਾਰੀ ਜਾਵਾਂਗੇ। ਹੁਣ ਤੁਸੀਂ ਆਪਣੇ ਨੂੰ ਸਾਰੇ ਬ੍ਰਹਮਾ ਕੁਮਾਰ ਕੁਮਾਰੀਆਂ ਸਮਝਦੇ ਹੋ ਨਾ। ਬੇਸ਼ੱਕ ਰਹੋ ਆਪਣੇ ਗ੍ਰਸਤ ਵਿਵਹਾਰ ਵਿੱਚ, ਪਰੰਤੂ ਪਾਵਨ ਰਹਿਣਾ ਹੋਵੇਗਾ ਕਮਲ ਫੁੱਲ ਦੇ ਸਮਾਨ। ਆਪਣੇ ਨੂੰ ਆਤਮਾ ਸਮਝੋ, ਅਸੀਂ ਬਾਬਾ ਦੇ ਬੱਚੇ ਹਾਂ। ਤੁਸੀਂ ਆਤਮਾਵਾਂ ਆਸ਼ਿਕ ਹੋ। ਬਾਬਾ ਕਹਿੰਦੇ ਮੈਂ ਹਾਂ ਇੱਕ ਮਾਸ਼ੂਕ। ਤੁਸੀਂ ਮੈਨੂੰ ਮਾਸ਼ੂਕ ਨੂੰ ਪੁਕਾਰਦੇ ਰਹਿੰਦੇ ਹੋ। ਤੁਸੀਂ ਅੱਧਾ ਕਲਪ ਦੇ ਆਸ਼ਿਕ ਹੋ, ਜਿਸ ਨੂੰ ਪਰਮ ਪਿਤਾ ਪਰਮਾਤਮਾ ਕਿਹਾ ਜਾਂਦਾ ਹੈ। ਉਹ ਨਿਰਾਕਾਰ ਹੈ। ਤੁਹਾਡੀ ਲੜਾਈ ਹੁਣ ਕਿਸੇ ਨਾਲ ਨਹੀਂ ਹੈ। ਤੁਸੀਂ ਯੋਗ ਬਲ ਵਿੱਚ ਰਹਿੰਦੇ ਹੋ। ਤੁਸੀਂ ਯਾਦ ਵਿੱਚ ਰਹੋਗੇ ਤਾਂ ਕੋਈ ਵੀ ਤੁਹਾਡੇ ਸਾਹਮਣੇ ਬੁਰੇ ਵਿਚਾਰ ਨਾਲ ਆਉਣਗੇ ਤਾਂ ਉਹਨਾਂ ਨੂੰ ਭਿਅੰਕਰ ਸਾਖਸ਼ਾਤਕਾਰ ਹੋ ਜਾਵੇਗਾ ਔਰ ਝਟ ਭੱਜ ਜਾਣਗੇ। ਤੁਸੀਂ ਸ਼ਿਵ ਬਾਬਾ ਨੂੰ ਯਾਦ ਕਰੋਗੇ ਤਾਂ ਉਹ ਭੱਜ ਜਾਣਗੇ। ਜੋ ਪੱਕੇ ਬੱਚੇ ਹਨ, ਪੁਰਸ਼ਾਰਥ ਵਿੱਚ ਰਹਿੰਦੇ ਹਨ ਕਿ ਮੇਰਾ ਤਾਂ ਇੱਕ ਸ਼ਿਵ ਬਾਬਾ, ਦੂਸਰਾ ਨਾ ਕੋਈ। ਬਾਪ ਸਮਝਾਉਂਦੇ ਹਨ ਹੱਥ ਕਾਰੜੇ। ਬੱਚਿਆਂ ਨੂੰ ਘਰ ਨੂੰ ਵੀ ਸੰਭਾਲਣਾ ਹੈ, ਪਰੰਤੂ ਤੁਸੀਂ ਆਤਮਾਵਾਂ ਨੂੰ, ਬਾਪ ਨੂੰ ਯਾਦ ਕਰਨਾ ਹੈ ਤਾਂ ਕਿ ਪਾਪਾਂ ਦਾ ਬੋਝਾ ਉਤਰ ਜਾਵੇ। ਸਭ ਕੁਝ ਕਰਦੇ ਹੋਏ ਵੀ ਨਿਰੰਤਰ ਯਾਦ ਕਰੋ। ਜਿਵੇਂ ਆਸ਼ਿਕ ਮਾਸ਼ਿਕ ਹੁੰਦੇ ਹਨ, ਇਸੇ ਤਰ੍ਹਾਂ ਬਾਪ ਤੁਹਾਡਾ ਮਾਸ਼ਿਕ ਆਇਆ ਹੈ, ਤੁਹਾਨੂੰ ਪੜ੍ਹਾ ਰਹੇ ਹਨ, ਤਾਂ ਬਾਪ ਨੂੰ ਯਾਦ ਕਰੋਗੇ ਤਾਂ ਸदैव ਨਿਰੋਗੀ ਵੀ ਰਹੋਗੇ। ਅੱਛਾ, ਫਿਰ ਬਾਬਾ ਨੇ ਯਾਦ ਪਿਆਰ ਦਿੱਤਾ। ਮਿੱਠੇ ਮਿੱਠੇ ਸਿੱਕੀ ਲੱਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ ਹੈ ਯਾਦ ਦਾ ਇਸ ਤਰ੍ਹਾਂ ਦਾ ਅਭਿਆਸ ਕਰਨਾ ਹੈ ਜੋ ਬੁਰੇ ਵਿਚਾਰ ਵਾਲੇ ਸਾਹਮਣੇ ਆਉਂਦੇ ਹੀ ਪਰਿਵਰਤਨ ਹੋ ਜਾਣ। ਮੇਰਾ ਤਾਂ ਇੱਕ ਸ਼ਿਵ ਬਾਬਾ, ਦੂਸਰਾ ਨਾ ਕੋਈ। ਇਸ ਪੁਰਸ਼ਾਰਥ ਵਿੱਚ ਰਹਿਣਾ ਹੈ। ਦੂਸਰਾ, ਸਵਰਾਜ ਪਾਉਣ ਦੇ ਲਈ ਸਰੀਰ ਸਹਿਤ ਜੋ ਕੁਝ ਵੀ ਹੈ ਉਹ ਬਲਿਹਾਰ ਜਾਣਾ ਹੈ। ਜਦੋਂ ਇਸ ਰੁਦਰ ਯੱਗ ਵਿੱਚ ਸਾਰਾ ਕੁਝ ਸਵਾਹਾ ਕਰੋਗੇ ਤਾਂ ਰਾਜ ਪਦ ਮਿਲੇਗਾ। ਵਰਦਾਨ ਹੈ ਗਿਆਨੀ ਤੂੰ ਆਤਮਾ ਬਣ, ਗਿਆਨ ਸਾਗਰ ਅਤੇ ਗਿਆਨ ਵਿੱਚ ਸਮਾਉਣ ਵਾਲੇ ਸਰਵ ਪ੍ਰਾਪਤੀ ਸਰੂਪ ਭਵ। ਜੋ ਗਿਆਨੀ ਤੂੰ ਆਤਮਾਵਾਂ ਹਨ ਉਹ ਸਦਾ ਗਿਆਨ ਸਾਗਰ ਅਤੇ ਗਿਆਨ ਵਿੱਚ ਸਮਾਈਆਂ ਰਹਿੰਦੀਆਂ ਹਨ। ਸਰਵ ਪ੍ਰਾਪਤੀ ਸਰੂਪ ਹੋਣ ਦੇ ਕਾਰਨ ਇੱਛਾ ਮਾਤਰਮ ਅਵਿਦਿਆ ਦੀ ਸਟੇਜ ਸਹਿਜ ਹੀ ਰਹਿੰਦੀ ਹੈ। ਜੋ ਅੰਸ਼ ਮਾਤਰ ਵੀ ਕਿਸੇ ਸੁਭਾਅ ਸੰਸਕਾਰ ਦੇ ਅਧੀਨ ਹਨ, ਨਾਮ ਮਾਨ ਸ਼ਾਨ ਦੇ ਮੰਗਤਾ ਹਨ, ਮਨਾ ਭਿਖਾਰੀ। ਤਾਂ ਬਾਬਾ ਕਹਿੰਦੇ ਕੀ ਹੋਇਆ, ਕਿਉਂ ਦੇ ਕੁਐਸਚਨ ਵਿੱਚ ਚਿਲਾਉਣ ਵਾਲੇ ਹਨ, ਪੁਕਾਰਨ ਵਾਲੇ ਹਨ। ਅੰਦਰ ਇੱਕ ਬਾਹਰ ਦੂਸਰਾ ਰੂਪ ਹੈ। ਉਹਨਾਂ ਨੂੰ ਗਿਆਨੀ ਤੋਂ ਆਤਮਾ ਨਹੀਂ ਕਿਹਾ ਜਾ ਸਕਦਾ। ਸਲੋਗਨ ਹੈ ਇਸ ਜੀਵਨ ਵਿੱਚ ਅਤਿੰਦਰੀय ਸੁਖ ਅਤੇ ਆਨੰਦ ਦੀ ਅਨੁਭੂਤੀ ਕਰਨ ਵਾਲੇ ਹੀ ਸਹਿਜ ਯੋਗੀ ਹਨ। ਅੱਛਾ, ਓਮ ਸ਼ਾਂਤੀ।